ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਸਿੱਖੋ, ਇੱਕ ਹੁਣੇ ਹੁਣੇ ਹੀ ਮੈਂ ਕਥਾ ਕਰ ਰਿਹਾ ਸਾਂ, ਕਥਾ ਹੀ ਲਗਾ ਲਓ। ਇੱਕ ਵਿਚਾਰ ਦੇ ਰਿਹਾ ਸਾਂ ਮੈਂ ਕਿ ਜਦੋਂ ਗੁਰਦੁਆਰਾ ਨਨਕਾਣਾ ਸਾਹਿਬ ਆਜ਼ਾਦ ਕਰਵਾਇਆ ਗਿਆ ਨਾ, ਉਸ ਵਿੱਚ ਸਾਡੇ ਘਰ ਦੇ 12 ਜੀ ਸਨ ਤੇ ਮੈਂ 6 ਹੀ ਦੱਸ ਸਕਿਆ ਸਾਂ। 6 ਹੋਰ ਸਾਡੇ ਵੱਡਿਆਂ ਦੇ ਚਾਚੇ ਬਾਬੇ, ਉਹਨਾਂ ਦੇ ਭਰਾ ਵਗੈਰਾ ਮਾਂਡੀ ਜਿਹੜੀ ਚੀਕੇ ਦੇ ਕੋਲ ਹੈ, ਸ਼ਾਇਦ ਉਹਨੂੰ ਮਾਂਡੀ ਥੇ ਆਂਦੇ ਨੇ, ਉੱਥੇ ਬੈਠੇ ਹਨ। 6 ਉਹਨਾਂ ਵਿੱਚੋਂ ਸਨ, ਉਹਨਾਂ ਦੇ ਮੈਂ ਨਾਂ ਨਹੀਂ ਜਾਣਦਾ। ਅਗਲੀ ਗੱਲ, ਕਾਂਗਰਸ ਜੁਆਇਨ ਕੀਤੀ, ਅੱਗੇ ਮੈਂ ਨਾਂ ਦਿੱਤਾ ਸੀ 84 ਤੇ ਉਸ 84 ਵਿੱਚ ਜੋ ਸਿੱਖਾਂ ਤੇ ਤਸ਼ੱਦਦ ਹੋਈ, ਜੋ ਉਹਨਾਂ ਤੇ ਜ਼ੁਲਮ ਹੋਇਆ, ਜੋ ਧਰੋਹ ਹੋਇਆ ਮੇਰੀ ਕੌਮ ਨਾਲ, ਜਿੰਨਾ ਮੈਂ ਕਾਂਗਰਸ ਨੂੰ ਸੁਰਜੀਤ ਕਰਨ ਵਿੱਚ ਹਿੱਸਾ ਪਾਇਆ, ਉਸ ਇੱਕ ਇੱਕ ਚੀਕ ਤੇ ਮੇਰਾ ਉਹਨਾਂ ਤੇ ਹਿੱਸਾ ਜ਼ਰੂਰ ਹੈ। ਮੈਂ ਮੰਨਣਾ ਉਹਨਾਂ ਕੰਟਰੀਬਿਊਸ਼ਨ ਜਿੰਨਾ ਮੈਂ ਕਾਂਗਰਸ ਨੂੰ ਦੁਬਾਰਾ ਹੋਂਦ ਵਿੱਚ ਲਿਆਉਣ ਵਿੱਚ ਕੰਟਰੀਬਿਊਸ਼ਨ ਕੀਤਾ, ਉਹਨਾਂ ਹੀ ਕੰਟਰੀਬਿਊਸ਼ਨ ਮੇਰਾ ਉਹਨਾਂ ਦੀ ਚੀਖ ਪੁਕਾਰ ਕੁਰਲਾਹਟ ਵਿੱਚ ਹੈ। ਮੈਂ ਇਹ ਮੰਨਣਾ, ਅੰਦਰ ਤੱਕ ਸਿਰ ਹਿਲ ਜਾਂਦਾ ਹੈ ਜਦੋਂ ਮੈਨੂੰ ਇਹ ਚੇਤਾ ਆ ਜਾਂਦਾ ਹੈ ਕਿ ਮੈਂ ਉਸ ਪਾਰਟੀ ਨੂੰ ਸੁਰਜੀਤ ਕੀਤਾ ਜਿਹਨੇ ਸਾਡੇ ਨਾਲ ਇਹ ਕੀਤਾ। ਇਹ ਮੇਰੀ ਬਹੁਤ ਵੱਡੀ ਭੁੱਲ ਸੀ, ਬੇਸ਼ੱਕ ਮੇਰੇ ਤੋਂ ਅਣਜਾਣੇ ਵਿੱਚ ਹੋਈ। ਮੈਂ ਉਹਨੂੰ ਬਹੁਤ ਵੱਡਾ ਅਪਰਾਧ ਮੰਨਣਾ। ਮੈਂ ਉਹਦੇ ਵਿੱਚ ਓਨਾ ਹੀ ਅਪਰਾਧੀ ਹਾਂ ਜਿੰਨਾ ਮੇਰਾ ਕਾਂਗਰਸ ਨੂੰ ਅੱਗੇ ਲਿਆਉਣ ਵਿੱਚ ਹਿੱਸਾ ਪਾਇਆ। ਉਸ ਤੋਂ ਅਗਲੀ ਗੱਲ, ਜਦੋਂ ਮੈਂ ਕਮਿਊਨਿਸਟਾਂ ਨਾਲ ਥੋੜ੍ਹਾ ਜਿਹਾ ਰਲਣ ਲੱਗਾ ਨਾ, ਅਜੇ ਮੈਂ ਮੈਂਬਰਸ਼ਿਪ ਨਹੀਂ ਸੀ ਉਹਦੇ ਵਿੱਚ ਲਈ ਅਤੇ ਮੈਂ ਮੈਂਬਰ ਬਣਿਆ ਵੀ ਨਹੀਂ ਸਾਂ। ਮੈਨੂੰ ਇਹ ਸੀ ਵੀ ਮੈਨੂੰ ਵੀ ਚਾਅ ਹੁੰਦਾ ਬੜਾ ਕਿ ਮੈਂ ਕਿਸੇ ਗਰੀਬ, ਕਿਸੇ ਮਜ਼ਲੂਮ ਉਹਦਾ ਸਾਥ ਦਿਆਂ, ਜਿਹਦਾ ਹੱਕ ਖੋਇਆ ਜਾ ਰਿਹਾ, ਮੈਂ ਉਹਦਾ ਸਾਥ ਦਿਆਂ। ਪਰ ਉਹਦੇ ਪਿੱਛੇ ਜੋ ਤਸਵੀਰ ਸੀ ਉਹ ਬੜੀ ਘਿਨਾਉਣੀ ਸੀ। ਹਟਣਾ ਪਿਆ ਪਿੱਛੇ। ਸਭ ਤੋਂ ਪਹਿਲਾਂ ਧਰਮ ਹੈ ਨਾ, ਜਿਹੜਾ ਧਰਮ ਦੇ ਅਰਥ ਬੜੇ ਗਹਿਰੇ ਨੇ। ਜਿਵੇਂ ਢੱਡਰੀਆਂ ਵਾਲਾ ਆਂਦਾ ਨਾ ਵੀ गुरु नानक देव जी ने कोई धर्म नहीं चलाया,
ਤੇ ਫਿਰ ਨਾਲੇ ਇਹ ਵੀ ਗੱਲ ਆਂਦਾ ਹੈ ਕਿ ਮੈਂ ਸਿੱਖਾਂ ਦੇ ਘਰ ਪੈਦਾ ਹੋਇਆ। ਜੇ ਗੁਰੂ ਨਾਨਕ ਦੇਵ ਜੀ ਨੇ ਕੋਈ ਧਰਮ ਹੀ ਨਹੀਂ ਚਲਾਇਆ ਤੇ ਜਿਨ੍ਹਾਂ ਦੇ ਘਰ ਤੂੰ ਪੈਦਾ ਹੋਇਆ ਉਹ ਸਿੱਖ ਕਿਵੇਂ ਹੋ ਗਏ ਬਈ? ਤੇ ਨਾਲੇ ਹੁਣ ਤੂੰ ਇਹ ਵੀ ਦੱਸ ਦੇ ਵੀ ਤੂੰ ਹੁਣ ਕੀ ਹੈ, ਸਿੱਖ ਹੈ ਜਾਂ ਕੌਣ ਹੈ? ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਚਲਾਇਆ ਨਾ, ਤਾਂ ਹੀ ਅਸੀਂ ਸਿੱਖ ਹੋਏ। ਅਸੀਂ ਹਾਂ ਜਾਂ ਨਹੀਂ ਉਹ ਗੱਲ ਉਹ ਵਿਸ਼ਾ ਲੱਗ ਗਏ। ਅਸੀਂ ਸਿੱਖੀ ਤੇ ਖਰੇ ਉਤਰਨੇ ਆ ਜਾਂ ਨਹੀਂ ਉਤਰਦੇ। ਚਲੋ ਸਾਡੇ ਵਿੱਚ ਕੁਛ ਗੁਣ ਤੇ ਹੈ ਨਾ ਸਿੱਖਾਂ ਵਾਲੇ, ਕਿਸੇ 'ਚ 20%, ਕਿਸੇ 'ਚ 30%, ਕਿਸੇ 40%, 50-60% ਤੋਂ ਉੱਤੇ ਤੇ ਫਿਰ ਕੋਈ ਵਿਰਲਾ ਹੀ ਹੈ। 100% ਵਾਲਾ ਮੈਨੂੰ ਨਹੀਂ ਮਿਲਿਆ ਅਜੇ ਤੱਕ, ਉਹ ਅਲੱਗ ਵਿਸ਼ਾ। ਫਿਰ ਰਣਜੀਤ ਸਿੰਘ ਢੱਡਰੀਆਂ ਵਾਲਾ ਦੱਸੇ ਵੀ ਤੂੰ ਹੁਣ ਕੀ ਹੈ? ਤੂੰ ਆਪਣੇ ਆਪ ਨੂੰ ਸਿੱਖ ਅਖਵਾਉਣ ਦੇ ਲਾਇਕ ਹੈ ਤੇ ਧਰਮ ਹੈ ਕੀ? ਧੌਲ ਧਰਮ ਦਇਆ ਕਾ ਪੂਤ। ਪਹਿਲਾਂ ਇੱਕ ਮਾਨਤਾ ਸੀ ਨਾ ਵੀ ਧਰਤੀ ਨੂੰ ਧੌਲੇ ਬੈਲ ਨੇ ਚੁੱਕਿਆ ਹੋਇਆ ਹੈ। ਤੇ ਗੁਰਬਾਣੀ 'ਚ ਗੁਰੂ ਸਾਹਿਬ ਨੇ ਸਮਝਾਇਆ ਉਹ ਜਿਹੜਾ ਧੌਲਾ ਬੈਲ ਹੈ ਨਾ, ਧੌਲ ਉਹ ਧਰਮ ਹੈ। ਧਰਮ यानी कि वो एक मर्यादा है, एक नियम है। जिहड़ी धरती है ना वो एक नियम के तहत, एक मर्यादा के तहत, एक असूल के तहत। वो नियम की है? गुरुत्वाकर्षण नियम, गुरुत्वाकर्षण शक्ति, ਉਹਦੇ अनुसार ब्रह्मांड ਵਿੱਚ टिकी हुई है। ਉਹਦਾ ਧੌਲਾ ਬੈਲ ਨਾ ਉਹ ਕੀ ਹੈ? ਉਹ ਧਰਮ ਹੈ। ਧਰਮ ਯਾਨੀ ਕਿ ਇੱਕ ਮਰਿਆਦਾ, ਨਿਯਮ। ਤੇ ਸਾਨੂੰ ਗੁਰੂ ਸਾਹਿਬ ਨੇ ਇਹ ਅਲੱਗ ਤੋਂ ਮਰਿਆਦਾ ਦਿੱਤੀ, ਅਲੱਗ ਤੋਂ ਧਰਮ ਦਿੱਤਾ, नियम दिता अलग तो। यही धर्म है। और धर्म दी जननी जो है धौल धर्म दया का पूत। दया दे विचों जमदा है धर्म, धर्म दी जननी दया है। जिमें असीं आने ना माँ प्यो की सेवा करना साडा धर्म है, वड्डियां दा सत्कार करना साडा धर्म है। यानी कि एक ये मर्यादा है, कि नियम है। तो वो कित्थों पैदा होंदा है? दया विचों। ये दया ही सानू ये चीज़ सिखाती है कि माँ प्यो की सेवा करना साडा धर्म है। ये एक मर्यादा है, एक नियम है। उस तो अगे बाद वाली पार्टियां बारे भी मैं पिछले कथा में समझा ही दिता सी। ये जो पिछे थोड़ा जिहा रह गया सी, मैं सोचा वो जरूर दसना चाहिए। इन्हां ही शब्दों नाल क्षमा दा याचना करना। वाहिगुरू जी का खालसा, वाहिगुरू जी की फतेह।